हेलो फ्रेंड्स, वेलकम टू माय चैनल जिसका नाम है सिमरन पंजाब चैनल। ये चैनल मैं खास तौर पे पंजाबी ਦੇ ਸਟੂਡੈਂਟ ਲਈ ਬਣਾਇਆ ਜੋ ਐਂਟੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਇੱਥੇ ਆ ਕੇ ਆਪਣੀ ਐਗਜ਼ਾਮ ਦੀ ਤਿਆਰੀ ਕਰ ਸਕਦੇ ਨੇ। ਇੱਥੇ ਤੁਹਾਨੂੰ ਡਿਫਰੈਂਟ ਟਾਈਪ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਵਾਂਗੀ ਜੋ ਤੁਹਾਡੇ ਐਗਜ਼ਾਮ ਵਾਸਤੇ ਜ਼ਰੂਰੀ ਹੈ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਇਸ ਤੋਂ ਇਲਾਵਾ ਤੁਸੀਂ ਅਨ ਅਕੈਡਮੀ ਤੇ ਜੁਆਇਨ ਕਰ ਸਕਦੇ ਹੋ। ਕਲਾਸਿਸ ਉੱਥੇ ਚੱਲਦੀਆਂ ਪਈਆਂ ਨੇ 1 ਸਤੰਬਰ तो असी जड़ा पंजाबी दा जड़ा एग्जाम है हुण उसदे वास्ते तैयारी शुरू करन लगे उत्थे 1 मंथ दे विच। इस तो इलावा साडे जड़ा टैलीग्राम चैनल दे उत्ते भी तैयारी जोरों शोरों दे नाल चलदी पई है। इन्हां सारियां दे लिंक तुहानूं डिस्क्रिप्शन बॉक्स दे विच मिल जाणगे। सो जरूर जाके उत्थे क्लासेस देखो, फ्री दे विच हैगियां ने क्लासेस ते नाल दे नाल दूसरे भी टॉपिक उत्थे देख सकते हो। टॉपिक जड़ा है साडे कोल अज असी संपादन कला दे बारे पढ़ांगे जो कि गुरु ग्रंथ साहिब जी दे बारे दस्सिया जाएगा। सो इस तो इलावा मैं भी दस दिन्नी आ कि ਜਿਹੜੇ ਸਟੂਡੈਂਟ ਅਨ ਅਕੈਡਮੀ ਤੇ ਕਲਾਸਿਸ ਜਿਹੜੀ ਹੈਗੇ ਨੇ ਮੇਰੀਆਂ ਜੁਆਇਨ ਕਰਨੀਆਂ ਚਾਹੁੰਦੇ ਨੇ, ਚਾਹੇ ਉਹ ਪਲੱਸ ਦੇ ਵਿੱਚ ਹੈਗੇ ਨੇ ਚਾਹੇ ਫ੍ਰੀ ਦੇ ਵਿੱਚ ਹੈ, ਰੈਫਰਲ ਕੋਡ ਉਹਨਾਂ ਨੂੰ ਯੂਜ਼ ਕਰਨਾ ਪਏਗਾ SIM1। ਉਸ ਤੋਂ ਬਿਨਾ ਕਲਾਸਿਸ ਓਪਨ ਨਹੀਂ ਹੋਣਗੀਆਂ। ਅਗਰ ਪਲੱਸ ਦੇ ਵਿੱਚ ਜੁਆਇਨ ਕਰਦੇ ਪਏ ਹੋ ਦੈਨ ਇਹ ਵਾਲੇ ਐਗਜ਼ਾਮ ਦੇ ਵਾਸਤੇ ਤੁਸੀਂ ਹਜੇ ਸਿਰਫ 1 ਮੰਥ ਦੀ ਸਬਸਕ੍ਰਿਪਸ਼ਨ ਲਓ ਜੋ ਕਿ ਪੇਡ ਕਲਾਸਿਸ ਦੇ ਵਿੱਚ ਹੈ। ਅਗਰ ਤੁਸੀਂ ਪਾਸ ਹੁੰਦੇ ਹੋ JRF ਦੀ ਤਿਆਰੀ ਕਰਨੀ ਹੈ ਬਾਅਦ ਦੇ ਵਿੱਚ 3 ਮੰਥ ਦਾ ਸਬਸਕ੍ਰਿਪਸ਼ਨ ਲੈ ਕੇ ਪੜ੍ਹ ਸਕਦੇ ਹੋ। ਓਕੇ, ਸੋ ਸਟਾਰਟ ਕਰਦੇ ਹਾਂ ਅੱਜ ਦੀ ਅਸੀਂ ਵੀਡੀਓਜ਼। ਸੋ ਸੰਪਾਦਨ ਕਲਾ ਦੇ ਬਾਰੇ ਅਸੀਂ ਅੱਜ ਪੜਾਂਗੇ। ਠੀਕ ਹੈ, ਕਹਿੰਦੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਦੇ ਵਿੱਚ ਸ਼ਬਦ ਜੋੜਾਂ ਦੀ ਦ੍ਰਿਸ਼ਟੀ ਤੋਂ ਇਕਸਾਰਤਾ ਜਿਹੜੀ ਲਿਆਂਦੀ ਸੀ। ਭਗਤਾਂ ਦੀ ਬਹੁਤ ਸਾਰੀ ਬਾਣੀ ਗੁਰੂ ਜੀ ਨੂੰ ਦੇਵਨਾਗਰੀ ਜਾਂ ਫਾਰਸੀ ਵਰਗੀਆਂ ਲਿਪੀਆਂ ਦੇ ਵਿੱਚ ਪ੍ਰਾਪਤ ਹੋਈ ਹੋਵੇਗੀ। ਹੁਣ ਦੇਖੋ ਸੰਪਾਦਨ ਕਲਾ ਦੇ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਸਿਰਫ ਇਹਦੇ ਵਿੱਚ ਪੰਜਾਬੀ ਹੀ ਨਹੀਂ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਤੇ ਨਾਲ ਭੱਟ ਭਗਤ ਤੇ ਬਹੁਤ ਸਾਰੇ ਸੂਫੀ ਕਵੀ ਜਾਂ ਫਿਰ ਦੂਸਰੇ ਬਹੁਤ ਜ਼ਿਆਦਾ ਜਾਣਿਆਂ ਨੂੰ ਜਗ੍ਹਾ ਦਿੱਤੀ ਗਈ ਸੀ। ਸੋ ਹਰ ਇੱਕ ਦੀ ਭਾਸ਼ਾ ਵੀ ਅਲੱਗ ਸੀ, ਸ਼ਬਦ ਜਿਹੜੇ ਅਲੱਗ ਸੀ। ਸੋ ਉਹਨਾਂ ਨੂੰ ਕੰਬਾਈਨ ਕਰਕੇ ਇੱਕ ਕਿਤਾਬ ਜਿਹੜੀ ਅਸੀਂ ਹੋਲੀ ਬੁੱਕ ਜਿਸ ਨੂੰ ਕਹਿ ਦਿੰਦੇ ਹਾਂ ਉਸ ਦੇ ਵਿੱਚ ਲੈ ਕੇ ਆਉਣਾ ਬਹੁਤ ਹੀ ਔਖਾ ਕੰਮ ਸੀ। ਇਸ ਲਈ ਇਹਨਾਂ ਬਾਣੀਆਂ ਵਿੱਚ ਵਰਤੇ ਜਿਹੜੇ ਸ਼ਬਦ ਜੋੜੇ ਗਏ ਸੀ ਉਹ ਵੀ ਭਿੰਨ ਹੋਣਗੇ ਤੇ ਇਹਨਾਂ ਨੇ ਗੁਰੂ ਜੀ ਨੇ ਇਹਨਾਂ ਦਾ ਲਿਪੀਅੰਤਰਨ ਕਰਨ ਦੇ ਨਾਲ ਨਾਲ ਇਹਨਾਂ ਦੇ ਵਿੱਚ ਇਕਸਾਰਤਾ ਵੀ ਲੈ ਕੇ ਆਏ ਸੀ। ਭਗਤ ਬਾਣੀ ਦੇ ਆਰੰਭ ਦੇ ਵਿੱਚ ਦਿੱਤੇ ਮੰਗਲ ਸ਼ਬਦ ਵੀ ਗੁਰੂ ਅਰਜਨ ਸਾਹਿਬ ਨੇ ਦਿੱਤੇ ਲੱਗਦੇ ਹਨ। ਜਦੋਂ ਅਸੀਂ ਭਗਤ ਬਾਣੀ ਦੇ ਬਾਰੇ ਪੜ੍ਹਦੇ ਹਾਂ ਸਟਾਰਟਿੰਗ ਦੇ ਵਿੱਚ ਜਿਹੜੇ ਸਾਨੂੰ ਉੱਥੇ ਸ਼ਬਦ ਨਜ਼ਰ ਆਉਂਦੇ ਨੇ ਵੇਖਦੇ ਨੇ ਉਹ ਵੀ ਅਸੀਂ ਕਹਿ ਸਕਦੇ ਹਾਂ ਗੁਰੂ ਅਰਜਨ ਸਾਹਿਬ ਦੇ ਹੀ ਦਿੱਤੇ ਲੱਗਦੇ ਨੇ। ਆਦਿ ਗ੍ਰੰਥ ਦੇ ਆਰੰਭ ਵਿੱਚ ਗੁਰੂ ਜੀ ਨੇ ਬੜਾ ਵਿਸਤ੍ਰਿਤ ਤੇ ਸਰਬਾਂਗੀ ਤਤਕਰਾ ਵੀ ਦਿੱਤਾ ਹੈ। ਸਟਾਰਟਿੰਗ ਦੇ ਵਿੱਚ ਜਦੋਂ ਆਦਿ ਗ੍ਰੰਥ ਸਾਹਿਬ ਦੇ ਬਾਰੇ ਗੱਲ ਕੀਤੀ ਗਈ ਹੈ ਸ਼ੁਰੂਆਤ ਦੇ ਵਿੱਚ ਕੀ ਗਏ ਉਹਨਾਂ ਨੇ ਇੱਕ ਤਤਕਰਾ ਦਿੱਤਾ ਹੋਇਆ ਹੈ ਤੇ ਜੋ ਕਿ ਰਾਗਾਂ ਅਨੁਸਾਰ ਹੈ ਤੇ ਇਸ ਦੀ ਸਹਾਇਤਾ ਨਾਲ ਕਿਸੇ ਵੀ ਜਿਹੜੇ ਗੁਰੂ ਜਾਂ ਭਗਤ ਕਵੀ ਦੀ ਬਾਣੀ ਨੂੰ ਬੜੀ ਆਸਾਨੀ ਦੇ ਨਾਲ ਢੂੰਡਿਆ ਜਾ ਸਕਦਾ ਹੈ। ਆਦਿ ਗ੍ਰੰਥ ਦੀਆਂ ਵੱਖ-ਵੱਖ ਬਾਣੀਆਂ ਦੇ ਉਚਾਰਨ ਨੂੰ ਹਿੰਸਿਆਂ ਸ਼ਬਦਾਂ ਦੋਹਾਂ ਦੇ ਵਿੱਚ ਲਿਖ ਕੇ ਸਪਸ਼ਟ ਕਰ ਦਿੱਤਾ ਗਿਆ ਹੈ। ਜਿਵੇਂ ਗੌੜੀ ਗੁਆਰੇਰੀ ਮਹੱਲਾ ਚੌਥਾ ਇਸ ਤਰ੍ਹਾਂ ਲਿਖਿਆ ਗਿਆ ਹੈ ਉੱਥੇ। ਠੀਕ ਹੈ, ਸੋ ਚੌਥਾ ਜਿਹੜਾ ਹੈਗਾ ਹੈ ਇਸ ਨੂੰ ਇਹ ਵਾਲਾ ਜਿਹੜਾ ਹੈਗਾ ਹੈ ਗੁਰਮੁਖੀ ਦੇ ਵਿੱਚ ਜਿਹੜਾ ਵਰਡ ਦਿੱਤੇ ਹੋਏ ਸਾਨੂੰ ਕਾਊਂਟਿੰਗ ਉਸ ਨੂੰ ਅਸੀਂ ਚੌਥਾ ਪੜ੍ਹਨਾ ਹੈ। ਇਸੇ ਤਰ੍ਹਾਂ ਲੰਬੀਆਂ ਬਾਣੀਆਂ ਦੇ ਟੈਕਸਟ ਵਿੱਚੋਂ ਭਾਵਾਰਥ ਨੂੰ ਦਰਸਾਉਣ ਵਾਲਾ ਕੇਂਦਰੀ ਸੰਕਲਪ ਲੱਭ ਕੇ ਬਾਣੀ ਦਾ ਨਾਮਕਰਨ ਵੀ ਕੀਤਾ ਹੈ। ਮਤਲਬ ਕਿ ਜਿਵੇਂ ਇੱਕ ਸਿਰਲੇਖ ਆਇਂਦਾ ਨਾ ਮੇਨ ਕੀ ਦਿੱਤਾ ਹੈ ਬਾਣੀ ਦਾ ਨਿਚੋੜ, ਸੋ ਉਸ ਦੇ ਆਧਾਰ ਤੇ ਵੀ ਬਾਣੀ ਨੂੰ ਇੱਕ ਨਾਮ ਦਿੱਤਾ ਗਿਆ ਜਿਵੇਂ ਜਪ ਸੋਦਰ ਸੋਹਲਾ ਸੁਖਮਨੀ ਆਨੰਦ ਸਿੱਧਗੋਸ਼ਟ ਆਦਿ। ਥੋੜੀ ਜਿਹੀ ਡਿਸਟਰਬੈਂਸ ਹੈਗੀ ਆ ਬਾਹਰੋਂ ਟ੍ਰੈਫਿਕ ਵਗੈਰਾ ਆਉਂਦੀ ਜਾਂਦੀ ਹੈ ਸੋ ਉਸ ਦੇ ਵਾਸਤੇ ਸੌਰੀ ਪਹਿਲਾਂ ਹੀ ਕਹਿ ਦਿੰਦੀ ਹਾਂ ਮੈਂ। ਓਕੇ, ਉਸ ਤੋਂ ਬਾਅਦ ਆਉਂਦਾ ਹੈ ਕਿ ਹਰ ਲੰਬੀ ਬਾਣੀ ਦੇ ਵਿੱਚ ਜਿਹੜੀ ਆਉਂਦੀ ਸਾਡੇ ਕੋਲ ਪੌੜੀ ਤੇ ਬੰਦਾਂ ਦੀ ਗਿਣਤੀ ਨੂੰ ਸਪਸ਼ਟ ਕਰਨ ਲਈ ਅੰਕਾਂ ਦੁਆਰਾ ਇਸ ਗਿਣਤੀ ਨੂੰ ਸਪਸ਼ਟ ਕਰ ਦਿੱਤਾ ਗਿਆ ਹੈ। ਜਿਵੇਂ ਸੁਖਮਨੀ ਦੇ ਅੰਤ ਦੇ ਵਿੱਚ 2 ਅੰਕ ਹਨ ਸੋ ਇਸ ਨੂੰ ਇਸ ਤਰ੍ਹਾਂ ਇੱਥੇ 8 ਦਾ ਅਰਥ ਹੈਗਾ 8ਵੀਂ ਪੌੜੀ, 24 ਦਾ ਅਰਥ ਹੈਗਾ ਹੈ 24ਵੀਂ ਅਸ਼ਟਪਦੀ। ਠੀਕ ਹੈ, ਸੋ ਇੱਥੇ ਇਹ ਵਾਲਾ ਜਿਵੇਂ ਦਿੱਤਾ ਹੈ ਵਾ 8 ਇਸ ਦਾ ਮਤਲਬ ਹੈਗਾ ਵਾ 8ਵੀਂ ਪੌੜੀ ਤੇ ਨਾਲ ਜਿਹੜਾ ਇਹਦੇ ਵਿੱਚ 24 ਦਿੱਤਾ ਹੈ ਉਸ ਦਾ ਮਤਲਬ ਹੈਗਾ ਵਾ 24ਵੀਂ ਅਸ਼ਟਪਦੀ। ਤੇ ਇਸ ਤਰ੍ਹਾਂ ਹਰ ਬਾਣੀ ਵਿੱਚ ਪਦਿਆਂ ਜਾਂ ਪੌੜੀਆਂ ਦੇ ਸੰਕੇਤ ਵਾਸਤੇ ਸੂਚਕ ਅੰਕਾਂ ਦਾ ਵੀ ਪ੍ਰਯੋਗ ਨਿਰੰਤਰ ਹੁੰਦਾ ਰਿਹਾ ਹੈ। ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੇ ਵਿੱਚ ਕੀ ਹੈ ਸੰਕਲਿਤ ਕਈ ਵਾਰਾਂ
ਦੇ ਆਰੰਭ ਦੇ ਵਿੱਚ ਧੁਨੀ ਦਾ ਵੇਰਵਾ ਵੀ ਦਿੱਤਾ ਹੈ ਕਿ ਇਸ ਨੂੰ ਕਿਸ ਧੁਨੀ ਦੇ ਉੱਤੇ ਗਾਉਣਾ ਹੈ, ਜਿਵੇਂ ਮਾਝ ਕੀ ਵਾਰ ਨੂੰ ਮਲਕ ਮੁਰੀਦ ਤਥਾ ਚੰਦਰਹੜਾ ਸੋਹੀਆ ਦੀ ਧੁਨੀ ਤੇ ਗਾਉਣ ਦਾ ਉਦੇਸ਼, ਗੌੜੀ ਦੀ ਵਾਰ ਨੂੰ ਰਾਏ ਕਮਾਲ ਮੌਜ ਦੀ ਵਾਰ ਦੇ ਉੱਤੇ, ਤੇ ਆਸਾ ਦੀ ਵਾਰ ਨੂੰ ਢੁੰਡੇ ਅਸਰਾਜੇ ਦੀ ਧੁਨੀ ਦੇ ਉੱਪਰ। ਇਸ ਤਰ੍ਹਾਂ ਕੁਝ ਹੋਰ ਵਾਰਾਂ ਹੈਗੀਆਂ ਨੇ ਤੇ ਇਹਨਾਂ ਦੇ ਆਰੰਭ ਵਿੱਚ ਵੀ ਸਾਨੂੰ ਅਜਿਹੀ ਸੂਚਨਾ ਹੀ ਮਿਲਦੀ ਹੈ। ਭਾਈ ਕਾਹਨ ਸਿੰਘ ਨਾਭਾ ਦਾ ਵਿਚਾਰ ਹੈ ਕਿ ਇਹਨਾਂ ਧੁਨੀਆਂ ਨਾਲ ਸੰਬੰਧਿਤ ਟਿੱਪਣੀਆਂ ਗੁਰੂ ਅਰਜਨ ਦੇਵ ਜੀ ਨੇ ਹੀ ਕੀ ਗਈਆਂ ਨੇ, ਲਿਖੀਆਂ ਨੇ, ਤੇ ਵਾਰਾਂ ਵਾਂਗ ਹੀ ਪਹਿਰਿਆਂ ਦੇ ਉੱਪਰ ਵੀ ਗਾਇਨ ਸੰਬੰਧੀ ਜਿਹੜਾ ਹੈਗਾ ਵਾ ਸੰਕੇਤ ਦ੍ਰਿਸ਼ਟੀਗੋਚਰ ਹੁੰਦੇ ਨੇ, ਜਿਵੇਂ ਸ੍ਰੀ ਰਾਗ ਕਬੀਰ ਜੀਓ ਕਾ ਦੇ ਸ਼ਬਦ ਉੱਪਰ ਸੰਕੇਤ ਦਿੱਤਾ ਹੈ ਕਿ ਏਕ ਸੁਆਨ ਕੇ ਘਰ ਗਾਵਨਾ। ਇੱਥੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਸੰਪਾਦਨ ਕਲਾ ਦੇ ਕਾਰਨ ਨੂੰ ਬੜੀ ਹੀ ਕੁਸ਼ਲਤਾ ਦੇ ਨਾਲ ਅੰਜਾਮ ਦਿੱਤਾ ਸੀ। ਵਾਰਾਂ ਹੁਣ ਦੇਖੋ ਉਹਨਾਂ ਨੇ ਜਿਸ ਰੂਪ ਦੇ ਵਿੱਚ ਪ੍ਰਾਪਤ ਹੋਈਆਂ ਹੋਣਗੀਆਂ, ਨਿਸੰਦੇਹ ਹੀ ਉਹ ਕਿਸੇ ਸਲੋਕਾਂ ਤੋਂ ਬਿਨਾਂ ਸੀ। ਸੋ ਇਹਨਾਂ ਨੇ ਕੀ ਕੀਤਾ ਹੈ, ਗੁਰੂ ਸਾਹਿਬ ਨੇ ਪੌੜੀਆਂ ਦੇ ਨਾਲ ਨਾਲ ਵਿਸ਼ੇਗਤ ਅਰਥ ਭਾਵਗਤ ਸਾਂਝ ਰੱਖਣ ਵਾਲੇ ਉਹ ਜਿਹੇ ਸਲੋਕ ਜਿਹੜੇ ਸੀ ਨਾਲ ਅੰਕਿਤ ਕਰ ਦਿੱਤੇ ਵਾਰਾਂ ਦੇ। ਇਸ ਲਈ ਵਾਰ ਦੇ ਆਰੰਭ ਵਿੱਚ ਇਹੋ ਜਿਹੀਆਂ ਟਿੱਪਣੀਆਂ ਵੀ ਅੰਕਿਤ ਕਰ ਦਿੱਤੀਆਂ ਨੇ ਕਿ ਵਾਰ ਸਲੋਕਾਂ ਨਾਲ ਜਿੱਥੇ ਦਿੱਤੇ ਹੋਏ ਨੇ ਇਸ ਤਰ੍ਹਾਂ ਤੇ ਨਾਲ ਉੱਥੇ ਲਿਖਿਆ ਵੀ ਹੋਇਆ ਹੈ। ਸਲੋਕ ਸ਼ਾਮਿਲ ਕਰਨ ਸਮੇਂ ਸੰਭਵ ਸੀ ਕਿ ਪ੍ਰਤਿਲਿਪਿਕਾਰ ਜਾਂ ਲਿਖਾਰੀ ਪਾਸੋਂ ਕੋਈ ਵੀ ਭੁੱਲ ਹੋ ਜਾਂਦੀ, ਤੇ ਇਸ ਲਈ ਗੁਰੂ ਜੀ ਨੇ ਹਰ ਬਾਣੀ ਨੂੰ ਲਿਖੇ ਜਾਣ ਉਪਰੰਤ ਆਪ ਜਿਹੜਾ ਸੀ ਵਾਚਾ ਤੇ ਤਰਤੀਬ ਜਾਂ ਲੇਖਣ ਸਹੀ ਪਾਏ ਜਾਣ ਤੇ ਆਪਣੇ ਵੱਲੋਂ ਅਜਿਹੀਆਂ ਸੂਚਨਾਵਾਂ ਅੰਕਿਤ ਨਾਲ ਕੀਤੀਆਂ ਕਿ ਸੁੱਧ ਜਾਂ ਸੁੱਧ ਕੀਤੇ, ਮਤਲਬ ਕਿ ਉਸ ਦੇ ਵਿੱਚ ਅਗਰ ਕੋਈ ਇਸ ਤਰ੍ਹਾਂ ਦੀ ਗਲਤੀ ਹੋਈ ਹੈ ਤਾਂ ਉਸਨੂੰ ਸਹੀ ਕੀਤਾ ਤੇ ਨਾਲ ਉਸਦਾ ਦਿੱਤਾ ਵੀ ਹੋਇਆ ਕਿ ਸੁੱਧ ਜਾਂ ਸੁੱਧ ਕੀਚੇ। ਤੇ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ, ਮਾਝ ਕੀ ਵਾਰ ਮਹੱਲਾ ਪਹਿਲਾ, ਗੌੜੀ ਕੀ ਵਾਰ ਮਹੱਲਾ ਚੌਥਾ ਤੇ ਕਈ ਹੋਰ ਵਾਰਾਂ, ਜਿਵੇਂ ਕੁੱਲ 14 ਵਾਰਾਂ ਦੇ ਅੰਤ ਵਿੱਚ ਅਜਿਹੀ ਸੂਚਨਾ ਵੀ ਸਾਨੂੰ ਜਿਹੜੀ ਦ੍ਰਿਸ਼ਟੀਗੋਚਰ ਹੁੰਦੀ ਹੈ, ਜਿਵੇਂ ਨਾਲ ਦਿੱਤਾ ਹੈ ਨਾ ਮਹੱਲਾ ਚੌਥਾ, ਇਹਦੇ ਵਿੱਚ ਮਾਝ ਦੀ ਵਾਰ ਹੈਗੀ ਸੀ ਮਹੱਲਾ ਪਹਿਲਾ। ਇਸ ਤੋਂ ਇਲਾਵਾ ਆਦਿ ਗ੍ਰੰਥ ਦੇ ਅੰਤਿਮ ਭਾਗ ਦੇ ਵਿੱਚ ਸਾਡੇ ਕੋਲ ਅੰਤਿਕਾਵਾਂ ਵੀ ਮਿਲਦੀਆਂ ਨੇ, ਤੇ ਇਹ ਜਿਹੜੇ ਹੈਗੇ ਨੇ 1310 ਤੋਂ ਲੈ ਕੇ 1430 ਤੱਕ ਜਿਹੜੇ ਪੰਨੇ ਗਏ ਨੇ ਉੱਥੋਂ ਤੱਕ ਸੰਕਲਿਤ ਬਾਣੀ ਵਾਸਤੇ ਸਿਰਲੇਖ ਜਿਹੜਾ ਹੈਗਾ ਵਾ ਅੰਤਿਕਾਵਾਂ ਇਹ ਸਾਨੂੰ ਮਿਲਦਾ ਹੈ। ਜਿਵੇਂ ਸ਼ਲੋਕ ਵਾਰਾਂ ਦੇ ਵਧੀਕ ਕਿ 1310 ਤੋਂ ਲੈ ਕੇ 1430 ਦੇ ਵਿੱਚ ਲਾਸਟ ਤੱਕ ਇਹ ਜਿਹੜੀ ਜਾਂਦੀ ਨੇ ਸਾਡੇ ਕੋਲ ਸ਼ਲੋਕ ਵਾਰਾਂ ਤੇ ਵਧੀਕ ਇਹ ਸਿਰਲੇਖ ਵਰਤਿਆ ਗਿਆ ਹੈ ਉਹਨਾਂ ਵਾਸਤੇ। ਅੰਤ ਵਿੱਚ ਜਿਹੜਾ ਹੈਗਾ ਵਾ ਮੁਦਾਵਣੀ ਵਾਲੇ ਸ਼ਬਦ ਦਿੱਤੇ ਗਏ ਨੇ ਤੇ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਵਾਸਤੇ ਪਰਮਾਤਮਾ ਦਾ ਧੰਨਵਾਦ ਕੀਤਾ ਹੈ। ਸੰਪਾਦਨ ਸ਼ਾਸਤਰ ਦੀ ਸ਼ਬਦਾਵਲੀ ਵਿੱਚ ਇਸ ਭਾਗ ਨੂੰ ਕੀ ਕਿਹਾ ਗਿਆ ਹੈ, ਪੁਸ਼ਪਿਕਾ ਨਾਮ ਦਿੱਤਾ ਗਿਆ ਹੈ। ਵਧੇਰੇ ਵਿਸਤਾਰ ਵਾਸਤੇ ਉਹਨਾਂ ਨੇ ਇੱਥੇ ਦੱਸਿਆ ਹੋਇਆ ਵਾ, ਕਿਸ ਦੀ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਸੋ ਇਸ ਤੋਂ ਇਲਾਵਾ ਗਾਇਨ ਨਾਲ ਸੰਬੰਧੀ ਵੀ ਕੁਝ ਸੂਚਨਾਵਾਂ ਜਿਵੇਂ ਜਤ ਪੜਤਾਲ ਆਦਿ ਨਾਮ ਹੇਠ ਵੀ ਸਾਨੂੰ ਉੱਥੇ ਮਿਲਦੀਆਂ ਨੇ। ਅਗਰ ਕੁਐਸਚਨ ਆ ਜਾ ਸਕਦਾ ਹੈ ਕਿ ਗਾਇਨ ਨਾਲ ਸੰਬੰਧੀ ਸੂਚਨਾਵਾਂ ਸਾਨੂੰ ਆਦਿ ਗ੍ਰੰਥ ਸਾਹਿਬ ਬਾਰੇ ਕਿੱਥੇ ਮਿਲਦੀਆਂ ਨੇ, ਜਤ ਦਾ ਪੜਤਾਲ ਸਿਰਲੇਖ ਹੇਠ ਵੀ ਮਿਲਦੀਆਂ ਨੇ, ਜਿਵੇਂ ਕਿ ਆਸਾ ਦੀ ਵਾਰ ਮਹੱਲਾ ਪੰਜਵਾਂ ਘਰ ਚੌਥਾ, ਬਿਰਹੜੇ ਛੰਤਾ ਕੀ ਜਤ। ਇਸ ਵਾਕੰਸ਼ ਵਿੱਚ ਘਰ ਚੌਥਾ ਛੰਤਾ ਕੀ ਜਤ ਦਾ ਅਰਥ ਹੈ ਇਹਨਾਂ ਸ਼ਬਦਾਂ ਨੂੰ ਚਾਰ ਘਰ ਦੇ ਵਿੱਚ ਗਾਉਣ ਵਾਲੇ ਛੰਦਾਂ ਦੀ ਧਾਰਨਾ ਉੱਤੇ ਗਾਵਨਾ। ਤੇ ਜਤ ਜਿਹੜੀ ਆ ਰਾਗ ਵਿਦਿਆ ਵਿੱਚ ਇੱਕ ਤਕਨੀਕੀ ਸੰਕੇਤ ਮੰਨਿਆ ਜਾਂਦਾ ਹੈ। ਬਾਣੀ ਬਿਓਰਾ ਅਨੁਸਾਰ ਜਦ ਸੱਜਾ ਹੱਥ ਉਂਗਲੀਆਂ ਵਿੱਚ ਜੋੜੀ ਦੇ ਕੰਢੇ ਤੇ ਵਿਚਕਾਰ ਕੰਮ ਕਰੇ ਤੇ ਖੱਬਾ ਹੱਥ ਖੁੱਲਾ ਜੋੜ ਨਾ ਵੱਜੇ ਤਾਂ ਇਸ ਨੂੰ ਜਤ ਕਹਿੰਦੇ ਹਨ। ਜਿਵੇਂ ਤਬਲੇ ਦੇ ਉੱਤੇ ਨਹੀਂ ਵੱਜਦਾ ਹੈਗਾ, ਇੱਕ ਬੰਨੇ ਜਿਹੜੀ ਆ ਮੁੱਠੀ ਹੁੰਦੀ ਆ ਉਹਦਾ ਵੱਜਦਾ ਹੈ, ਦੂਸਰੇ ਬੰਨੇ ਕੀ ਗਾ ਵਾ ਖੱਬਾ ਹੱਥ ਖੁੱਲਾ। ਸੋ ਤੁਸੀਂ ਇਮੈਜਿਨ ਕਰ ਹੀ ਸਕਦੇ ਹੋ ਕਿ ਉਸ ਹਿਸਾਬ ਦੇ ਨਾਲ ਇੱਥੇ ਦੱਸਿਆ ਗਿਆ ਹੈਗਾ ਹੈ। ਪ੍ਰੋਫੈਸਰ ਸਾਹਿਬ ਸਿੰਘ ਜਿਹੜੇ ਜੱਤ ਨੂੰ ਇੱਕ ਚਾਲ ਕਹਿੰਦੇ ਨੇ ਤੇ ਦੱਸਦੇ ਨੇ ਕਿ ਇਹਨਾਂ ਦੀ ਚਾਲ ਛੰਤਾ ਵਾਲੀ ਹੈ। ਤੇ ਪੜਤਾਲ ਦਾ ਇੱਥੇ ਅਰਥ ਹੈਗਾ ਹੈ ਤਾਲ ਦਾ ਪਰਤ ਪਰਤ ਕੇ ਆਉਣਾ, ਠੀਕ ਹੈ। ਹੁਣ ਪਤਾ ਲੱਗ ਗਿਆ ਇਸ ਦੇ ਵਿੱਚ ਮੇਨ ਕੀ ਦੱਸਿਆ ਗਿਆ ਸੀ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ ਕਲਾ ਬਾਰੇ ਟਿੱਪਣੀ ਕਰਦਿਆਂ ਹੋਇਆ ਧਰਮ ਸਿੰਘ ਨੇ ਲਿਖਿਆ ਹੈ, ਗੁਰੂ ਅਰਜਨ ਦੇਵ ਜੀ ਦੀ ਵਡਿਆਈ ਜਿੱਥੇ ਹੋਰਨਾਂ ਕਈ ਗੱਲਾਂ ਦੇ ਵਿੱਚ ਹੈ, ਉੱਥੇ ਕਿ ਆਪ ਆਦਿ ਗ੍ਰੰਥ ਵਰਗੇ ਮਹਾਨ ਤੇ ਵੱਡਕਾਰੀ ਗ੍ਰੰਥ ਦੇ ਸੰਪਾਦਕ ਵੀ ਸੀ ਤੇ ਆਪ ਨੂੰ ਪੰਜਾਬੀ ਦੇ ਪ੍ਰਥਮ ਸੰਪਾਦਕ ਹੋਣ ਦਾ ਮਾਣ ਵੀ ਪ੍ਰਾਪਤ ਹੈ।
सो इस तो इलावा बाकी उन्हां दी काव्य प्रतिभा राग विद्या दी उन्हां नूं डूंगी सूझ सी, काव्य शास्त्र दी विशाल जानकारी सी ते इह सब तो वध इक जिहड़े निश्चकी संपादकी विਉਂਤ सी जिस कारण आप ने की गया सी महान ग्रंथ नूं इक योजनाबंद रूप ਇਹ ਦੇ ਸਕੇ ਸੀ। ਸਾਹਿਤਕ ਪਰਿਪੇਖ ਵੀ ਦੱਸਿਆ ਗਿਆ ਹੈਗਾ ਵਾ ਇਸ ਦੇ ਵਿੱਚ ਕਿ ਇੱਕ ਸਾਡੇ ਕੋ ਸਾਹਿਤ ਦੀ ਦ੍ਰਿਸ਼ਟੀ ਤੋਂ ਇੱਕ ਦਸਤਾਵੇਜ਼ ਮੰਨਿਆ ਜਾਂਦਾ ਹੈ ਬਹੁਤ ਹੀ ਮਹੱਤਵਪੂਰਨ, ਜਿਸ ਵਿੱਚ ਵੇਦ ਉਪਨਿਸ਼ਦ ਸਿਮਰਤੀਆਂ ਸ਼ਾਸਤਰਾਂ ਨਾਥ ਬਾਣੀ ਪਵਿੱਤਰ ਕੁਰਾਨ ਸੂਫੀ ਜਿਹੜੇ ਕਵਿਤਾ ਇਹਨਾਂ ਨਾਲ ਕੀ ਹੈਗਾ ਵਾ ਜੀਵਨ ਸੰਵਾਦ ਰਚਾਇਆ ਗਿਆ ਹੈ। ਬਹੁਤ ਸਾਰੇ ਵਿਦਵਾਨ ਭਾਰਤ ਦੀ ਅਧਿਆਤਮਕ ਪਰੰਪਰਾ ਦਾ ਵਿਸ਼ਲੇਸ਼ਣ ਕਰਕੇ ਇਹ ਦਰਸਾਉਣ ਦਾ ਪ੍ਰਯਤਨ ਕਰਦੇ ਨੇ ਕਿ ਵੇਦਾਂ ਉਪਨਿਸ਼ਦਾਂ ਤੇ ਸੀਮਤ ਭਾਗਵਤ ਜਿਹੜੇ ਹੈਗੇ ਆ ਗੀਤਾ ਓਕੇ ਸੋ ਇਹ ਮੈਂ ਨਾ ਕੱਟਿਆ ਹੋਇਆ ਵਾ ਇਸਦਾ ਇਹ ਰਹਿਣ ਦੋ। ਉਸ ਤੋਂ ਇਲਾਵਾ ਇਸ ਦੀ ਕਾਵਿ ਭਾਸ਼ਾ ਦੇ ਬਾਰੇ ਗੱਲ ਕੀਤੀ ਗਈ ਹੈਗੀ ਹੈ। ਇਸ ਦੇ ਵਿੱਚ ਜਿਹੜੀ ਸਾਨੂੰ ਭਾਸ਼ਾ ਮਿਲਦੀ ਹੈ ਪੰਜਾਬੀ ਹਿੰਦੀ ਮਿਲੀ ਜੁਲੀ ਸੰਤ ਭਾਸ਼ਾ ਇਸ ਦੇ ਵਿੱਚ ਆ ਜਾਂਦੀ ਹੈ। ਕਿਧਰੇ ਗਾਥਾ ਸੰਸਕ੍ਰਿਤ ਫਾਰਸੀ ਤੇ ਹੋਰ ਪ੍ਰਦੇਸ਼ਾਂ ਦਾ ਰੰਗ ਵੀ ਹੈ। ਸੋ ਜਿਉਂ ਤੁਹਾਨੂੰ ਪਤਾ ਹੀ ਹੈ ਕਿ ਕਿੱਥੇ ਅਲੱਗ-ਅਲੱਗ ਸਾਡੇ ਇੱਥੇ ਜਿਨ੍ਹਾਂ ਦੀ ਬਾਣੀ ਐਡ ਕੀਤੀ ਗਈ ਹੈ ਅਲੱਗ-ਅਲੱਗ ਸਥਾਨਾਂ ਤੋਂ ਸੀ, ਤਾਂ ਉਸੇ ਹਿਸਾਬ ਦੇ ਨਾਲ ਉਹਨਾਂ ਦੇ ਬਾਣੀ ਜਿਸ ਤਰ੍ਹਾਂ ਉਹਨਾਂ ਨੇ ਰਚੀ ਸੀ ਤੇ ਉਸ ਹਿਸਾਬ ਦੇ ਨਾਲ ਸਾਨੂੰ ਵੱਖ-ਵੱਖ ਭਾਸ਼ਾਵਾਂ ਵੀ ਮਿਲਦੀਆਂ ਨੇ। ਜਿਵੇਂ ਮੱਧਕਾਲ ਦੀਆਂ ਭਾਰਤੀ ਭਾਸ਼ਾਵਾਂ ਦੇ ਸਾਨੂੰ ਭਿੰਨ-ਭਿੰਨ ਰੂਪ ਵੇਖਣ ਨੂੰ ਮਿਲਦੇ ਨੇ ਤੇ ਇੱਥੇ ਡਾਕਟਰ ਟਰੰਪ ਜਿਹੜੇ ਹੈਗੇ ਨੇ ਉਹਨਾਂ ਦਾ ਕਥਨ ਵੀ ਠੀਕ ਹੈ ਕਿ ਬੋਲੀ ਦੇ ਪੱਖ ਤੋਂ ਇਹ ਜਿਹੜਾ ਗ੍ਰੰਥ ਹੈਗਾ ਬਹੁਤ ਹੀ ਜ਼ਿਆਦਾ ਮਹਾਨ ਹੈ। ਪੁਰਾਣੀਆਂ ਹਿੰਦਵੀ ਉਪਭਾਸ਼ਾਵਾਂ ਵੀ ਇਸ ਦੇ ਵਿੱਚ ਮਿਲਦੀਆਂ ਨੇ ਤੇ ਸੰਤ ਬਾਣੀ ਦੀ ਵਿਸ਼ੇਸ਼ਤਾ ਹੈਗੀ ਹੈ ਕਿ ਜਿਤਨੀ ਉੱਪਰੋਂ ਸਰਲ ਸਾਦੀ ਦਿਸਦੀ ਹੈ ਉਤਨੀ ਹੀ ਇਹ ਭਾਵਪੂਰਤ ਤੇ ਜੀਵਨ ਦੀ ਗਹਿਰਾਈਆਂ ਨੂੰ ਛੂਹਣ ਵਾਲੀ ਜਿਹੜੀ ਹੈ। ਸੋ ਇਸ ਦੇ ਵਿੱਚ ਸੰਤ ਭਾਸ਼ਾ ਜਿਹੜੀ ਕਹਿ ਸਕਦੇ ਸੰਤਾਂ ਦੀ ਭਾਸ਼ਾ ਹੁੰਦੀ ਹੈ ਕਿ ਸਿੰਪਲ ਜੀ ਲੱਗਦੀ ਹੈ ਪਰ ਜਦੋਂ ਉਸਨੂੰ ਪੜ੍ਹੀਏ ਤਾਂ ਉਸਦਾ ਮਹੱਤਵ ਬਹੁਤ ਹੀ ਗਹਿਰਾ ਹੁੰਦਾ ਹੈ। ਸੋ ਇਸ ਦੇ ਵਿੱਚ ਕੇਵਲ ਨਾ ਭਾਰਤੀ ਭਾਸ਼ਾਵਾਂ ਤੇ ਉਪਭਾਸ਼ਾਵਾਂ ਮਿਲਦੀਆਂ ਨੇ ਬਲਕਿ ਇਹਦੇ ਵਿੱਚ ਸਿਮੈਟਿਕ ਬੋਲੀਆਂ ਫਾਰਸੀ ਤੇ ਅਰਬੀ ਕਾਫੀ ਜ਼ਿਆਦਾ ਮਿਲਦੀਆਂ ਨੇ। ਰਾਗ ਤਿਲੰਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਨਿਰੋਲ ਫਾਰਸੀ ਦੇ ਵਿੱਚ ਵੀ ਸ਼ਬਦ ਸਾਨੂੰ ਇਸੇ ਤਰ੍ਹਾਂ ਦੇਖਣ ਨੂੰ ਮਿਲਦਾ ਹੈ। ਸੋ ਇਹ ਵਾਲਾ ਸਾਡੇ ਕੋਲ ਕਾਵਿ ਭਾਸ਼ਾ ਆਉਂਦੀ ਹੈ। ਸੋ ਕਾਵਿ ਰੂਪ ਵੀ ਇਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਕਿਹੜੇ ਇਹਦੇ ਵਿੱਚ ਯੂਜ਼ ਕੀਤੇ ਗਏ ਨੇ। ਜਿਵੇਂ ਹੁਣ ਇਸ ਦੇ ਵਿੱਚ ਸਾਡੇ ਕੋਲ ਆਰਤੀ ਅਲੋਹਣੀਆਂ ਅੰਜਲੀਆਂ ਸੋਹਿਲਾ ਸੁਜਜੀ ਕੁਜਜੀ ਕਰਹਲੇ ਰੁੱਤੀ ਘੋੜੀਆਂ 12ਵਾਂ ਪੱਟੀ ਪਹਿਰੇ ਥਿੱਤੀ ਦਿਨ ਰਹਿਣ ਸਤਵਾਰਾਂ ਗਾਥਾ ਛਿੰਝ ਬਿਰਹੜੇ ਲਾਵਾਂ ਦੱਖਣੇ ਇਤਿਆਦ ਇਹ ਸਾਰੇ ਸਾਨੂੰ ਇਸ ਦੇ ਵਿੱਚ ਕਾਵਿ ਰੂਪ ਵੇਖਣ ਨੂੰ ਮਿਲਦੇ ਨੇ ਤੇ ਟੋਟਲ 55 ਜਿਹੜੇ ਹੈਗੇ ਨੇ ਇਸ ਦੇ ਵਿੱਚ ਕਾਵਿ ਰੂਪ ਸਾਨੂੰ ਦੇਖਣ ਨੂੰ ਮਿਲਦੇ ਨੇ। ਇਸੇ ਵਿੱਚ ਸਾਡੇ ਕੋਲ ਸੱਦ ਕਾਫੀ 52 ਅੱਖਰੀ ਇਸ ਤੋਂ ਇਲਾਵਾ ਵਾਰ ਪੌੜੀ ਛੰਤ ਨਿਸ਼ਾਨ ਅਤੇ ਛਕਾ ਆਦਿ ਵੀ ਕਾਵਿ ਰੂਪ ਸਾਨੂੰ ਇਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਠੀਕ ਹੈ, ਨੈਕਸਟ ਸਾਡੇ ਕੋਲ ਆ ਜਾਂਦਾ ਵਾ ਇਸ ਦੇ ਵਿੱਚ ਹਾਂ ਇਸ ਤੋਂ ਇਲਾਵਾ ਪਦਾਂ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਪਦੇ ਇੱਕ ਤੁਕੇ ਦੁਪ ਦੇ ਦੋ ਪਦੇ ਯਾਨੀ ਕਿ ਤਿਪ ਦੇ ਚੌ ਪਦੇ ਚੌ ਤੁਕੇ ਚੌ ਬੋਲੇ ਛਿਪ ਦੇ ਅਸ਼ਟਪਦੀਆਂ। ਸੋ ਇਹ ਪਦਾਂ ਦੇ ਵਿੱਚ ਸਾਨੂੰ ਮਿਲਦੇ ਨੇ। ਛੰਦ ਹੁਣ ਕਿਸ ਦੇ ਵਿੱਚ ਕਿਹੜੇ ਮਿਲਦੇ ਨੇ ਉਹਨਾਂ ਦੇ ਬਾਰੇ ਵੀ ਦੇਖ ਲਓ। ਵੰਸਵੰਤਾ ਸਾਨੂੰ ਮਿਲਦੀ ਹੈ ਝੂਲਣਾ ਤਾਟੰਕ ਤੋਮਰ ਦਵਈਆ ਸਵਈਆ ਦੋਹਰਾ ਪ੍ਰਮਾਣਿਕਤਾ ਰਾਧਿਕਾ ਨਿਸ਼ਾਨੀ ਰਡ ਹੰਸਗਤ ਗਜ਼ਲ ਗੀਤਾ ਚਿੱਤਰਕਲਾ ਕਨਾਚਰੀ ਚੌਪਈ ਛੱਪੇ ਸਿਰਖੰਡੀ ਸੋਰਠਾ ਇਹ ਸਾਨੂੰ ਇਸ ਦੇ ਵਿੱਚ ਛੰਦ ਮਿਲਦੇ ਨੇ। ਅਲੰਕਾਰ ਦੀ ਦ੍ਰਿਸ਼ਟੀ ਤੋਂ ਦੇਖਿਆ ਜਾਏ ਤਦਗੁਣ ਤੁਲ ਯੋਗਤਾ ਦੀਪਕ ਨਿਰੂਕਤ ਪ੍ਰਮਾਣ ਪੂਰਬ ਰੂਪ ਪ੍ਰਸ਼ਨੋਤਰ ਇਹ ਸਾਰੇ ਇਹ ਵਾਲੇ ਜਿਹੜੇ ਕਾਵਿ ਸ਼ਾਸਤਰ ਜਿਹੜਾ ਹੈਗਾ ਨਾ ਸਾਡੇ ਕੋਲ ਜਿਨ੍ਹਾਂ ਦੇ ਵਿੱਚ ਪੂਰੇ ਦੇ ਪੂਰੇ ਅਲੰਕਾਰ ਮਿਲਦੇ ਹੈਗੇ ਨੇ। ਜੇਕਰ ਕੋਈ ਪੜ੍ਹਨ ਦੇ ਯੋਗ ਹੋਵੇ ਜਾਂ ਕਹਿ ਸਕਦਾ ਹੈ ਕਿ ਮੈਂ ਪੜ੍ਹਨੇ ਨੇ ਅਲੰਕਾਰ ਸੋ ਬੁੱਕ ਆਨਲਾਈਨ ਤੁਹਾਨੂੰ ਮਿਲ ਜਾਣੀ ਹੈ ਇਹਨਾਂ ਦੀਆਂ ਤੇ ਜਿਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਜਿਹੜੇ ਹੈਗੇ ਨੇ ਅਲੰਕਾਰ ਦੇਖਣ ਨੂੰ ਮਿਲ ਜਾਣੇ ਨੇ। ਠੀਕ ਹੈ, ਵੈਬਸਾਈਟਸ ਹੁੰਦੀਆਂ ਨੇ ਉਹਨਾਂ ਦੇ ਉੱਤੇ ਮੌਜੂਦ ਹੈਗੇ ਇਹਨਾਂ ਦੇ ਬਾਰੇ ਸਾਰੇ। ਸੋ ਦੇਖ ਲਓ ਤੁਸੀਂ ਕਿੰਨੇ ਜ਼ਿਆਦਾ ਅਲੰਕਾਰ ਹੈਗੇ ਨੇ। ਸੋ ਇਹ ਸਾਰੇ ਤੁਸੀਂ ਖੁਦ ਦੇਖ ਲਿਓ ਹੁਣ ਕਿਹੜੇ ਹੈਗੇ ਨੇ। ਇਸ ਤੋਂ ਇਲਾਵਾ ਮੁਹਾਵਰੇ ਤੇ ਅਖੌਤਾਂ ਜਿਹੜੀਆਂ ਹੈਗੀਆਂ ਸੀ ਉਹ ਵੀ ਇਸ ਦੇ ਵਿੱਚ ਯੂਜ਼ ਕੀਤੀਆਂ ਗਈਆਂ। ਹੱਕ ਪਰਾਇਆ ਨਾਨਕਾ ਉਸ ਵਰ ਉਸ ਗਾਏ
ਤੇ ਨਾਲ ਦੇ ਨਾਲ ਬਾਕੀ ਹੋਰ ਸਰਗੋ ਮਨਜੀਤ ਜਗਜੀਤ ਇਹ ਸਾਰੇ ਨਾਲ ਮਿਲਦੇ ਨੇ। ਬਿੰਬ ਤੇ ਸ਼ਬਦ ਚਿੱਤਰ ਦੀ ਗੱਲ ਕੀਤੀ ਗਈ ਹੈ। ਅਨੇਕ ਸੁੰਦਰ ਤੇ ਮਨਮੋਹਨ ਲੜੀਆਂ ਵੀ ਦ੍ਰਿਸ਼ਟੀਗੋਚਰ ਇਸ ਦੇ ਵਿੱਚ ਹੁੰਦੀਆਂ। ਕਹਿੰਦੇ ਗੁਰਬਾਣੀ ਨੂੰ ਪੜ੍ਹਿਆ ਕਈ ਵਾਰ ਇਉਂ ਮਾਲੂਮ ਹੁੰਦਾ ਹੈ ਕਿ ਜਿਵੇਂ ਕੋਈ ਅਨੁਪਮ ਵਿਚਾਰ ਹੱਡਮਾਸ ਜਾਂ ਫਿਰ ਰਸ ਰੰਗ ਦੇ ਕੱਪੜੇ ਪਹਿਨ ਕੇ ਸਾਡੇ ਸਾਹਮਣੇ ਰੂਪਮਾਨ ਹੋ ਗਿਆ ਹੋਵੇ। ਕੁਝ ਦ੍ਰਿਸ਼ਟਾਂਤ ਵੀ ਦਿੱਤੇ ਹੋਏ ਨੇ, ਜਿਵੇਂ ਕਿ ਕਹਿੰਦੇ ਨਾ ਬਿੰਬ ਸਿਰਜਿਆ ਜਾਂਦਾ ਹੈਗਾ ਵਾ ਕਿ ਅੱਖਾਂ ਦੇ ਸਾਹਮਣੇ ਇਸ ਤਰ੍ਹਾਂ ਲੱਗਾ ਅਸੀਂ ਇਮੈਜਿਨ ਕਰਦੇ ਪਏ ਹਾਂ ਜੋ ਅਸੀਂ ਪੜ੍ਹਦੇ ਪਏ ਹਾਂ। ਸੋ ਜੇਕਰ ਉਹ ਚੀਜ਼ਾਂ ਸਾਕਾਰ ਹੋਣ ਲੱਗ ਪੈਣ ਤਾਂ ਸਮਝੋ ਜਿਹਨੇ ਲਿਖਿਆ ਹੋਇਆ ਵਾ ਜਿਸ ਦੇ ਵਿੱਚ ਬਿੰਬ ਉਹਨੇ ਇਹੋ ਜਿਹੇ ਯੂਜ਼ ਕੀਤੇ ਨੇ ਉਹ ਸਫਲ ਹੋ ਗਿਆ। ਇਸ ਤਰ੍ਹਾਂ ਦੇਖਦੇ ਹਾਂ ਕਿ ਕਾਵਿ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਗੁਰੂ ਗ੍ਰੰਥ ਸਾਹਿਬ ਜਿਹੜੀ ਹੈਗੀ ਹੈ ਬੇਜੋੜ ਤੇ ਬੇਨਜ਼ੀਰ ਰਚਨਾ ਹੈਗੀ ਹੈ। ਇਸ ਵਿੱਚ ਅਧਿਆਤਮਕ ਫਲਸਫੇ, ਨੈਤਿਕ ਸਿੱਖਿਆ, ਸਦਾਚਾਰ ਸਹਿਤਾ ਨੂੰ ਕਾਵਿ ਦੀ ਕੁਠਾਲੀ ਦੇ ਵਿੱਚ ਪਿਘਲਾ ਕੇ ਭਾਵਾਤਮਕ ਅਤੇ ਸੁਹਜਾਤਮਕ ਬਣਾ ਕੇ ਰੂਪਮਾਨ ਕੀਤਾ ਗਿਆ ਹੈ। ਸਾਹਿਤਕ ਦ੍ਰਿਸ਼ਟੀ ਤੋਂ ਇਹ ਮਹਾਨ ਗ੍ਰੰਥ ਇੱਕ ਮਹਾਨ ਵਿਰਸੇ ਨੂੰ ਕੀ ਗਏ ਸੰਭਾਲੀ ਬੈਠਾ ਹੈ। ਹੁਣ ਇਸ ਦੇ ਵਿੱਚ ਸੱਭਿਆਚਾਰਕ ਏਕਤਾ ਦੇ ਪ੍ਰਤੀਕ ਦੱਸਿਆ ਗਿਆ ਹੈ। ਇਸ ਦੇ ਵਿੱਚ ਇਹ ਇੱਕ ਚੀਜ਼ ਦੱਸੀ ਗਈ ਹੈ ਕਿ ਵੱਖ-ਵੱਖ ਜਿਵੇਂ ਇਸ ਦੇ ਵਿੱਚ ਭੱਟ ਬਾਣੀ ਆਈ ਹੈ, ਸੂਫੀਆਂ ਦੀ ਵੀ ਆਈ ਹੈ, ਭਗਤ ਬਾਣੀ ਆਈ ਹੈ। ਸੋ ਤੁਸੀਂ ਇਹ ਵੀ ਦੇ ਹਿਸਾਬ ਲਾ ਸਕਦੇ ਹੋ ਕਿ ਵੱਖ-ਵੱਖ ਸੱਭਿਆਚਾਰ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਇੱਕ ਗੱਠਜੋੜ ਹੋਇਆ ਪਿਆ ਹੈਗਾ ਵਾ। ਜਿਵੇਂ ਇਸ ਦੇ ਵਿੱਚ ਪਹਿਲੇ 5 ਗੁਰੂ ਸਾਹਿਬਾਨ, 15 ਭਗਤ ਸੀ, 11 ਭੱਟ ਸੀ, ਕੁਝ ਗੁਰੂ ਘਰ ਦੇ ਨਿਕਟਵਰਤੀ ਸੀ ਜਿਵੇਂ ਸੱਤਾ ਬਲਵੰਡ, ਭਾਈ ਮਰਦਾਨਾ, ਬਾਬਾ ਸੁੰਦਰ ਜੀ, ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਗੁਰੂ ਗੋਬਿੰਦ ਸਿੰਘ ਜੀ ਨੇ। ਫਿਰ ਦੂਜੀ ਬੀੜ ਦੇ ਵਿੱਚ 1706 ਦੇ ਵਿੱਚ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਦੀ ਕਲਮ ਦੁਆਰਾ ਜਿਹੜੀ ਸੰਕਲਿਤ ਕਰਵਾਈ ਸੀ। ਸੋ ਇਹ ਕੀ ਗਵਾ ਇੱਕ ਹਿਸਾਬ ਦੇ ਨਾਲ ਇਸ ਦੇ ਵਿੱਚ ਅਲੱਗ-ਅਲੱਗ ਬਾਣੀਆਂ, ਅਲੱਗ-ਅਲੱਗ ਸ਼ਬਦ, ਅਲੱਗ-ਅਲੱਗ ਸਾਡੇ ਕੋਲ ਬਿੰਬ ਨਾਲ ਇਸ ਦੇ ਵਿੱਚ ਭਾਸ਼ਾ, ਸੋ ਸੱਭਿਆਚਾਰਕ ਏਕਤਾ ਦੇ ਪ੍ਰਤੀਕ ਮੰਨੇ ਜਾਂਦੇ ਨੇ। ਹੁਣ ਦੇਖੋ ਗੁਰੂ ਨਾਨਕ ਦੇਵ ਜੀ ਲਈ ਸ਼ਾਇਰੀ ਕੇਵਲ ਤੁਕਬੰਦੀ ਤੱਕ ਹੀ ਸੀਮਤ ਨਹੀਂ ਰਹੀ ਸੀ। ਇਹ ਰੂਪਾਂਤਰਨ ਦੇ ਵਾਸਤੇ ਕੀਤੇ ਗਏ ਮਹਾਨ ਉਦਮ ਦੀ ਸਹਿਜ ਪ੍ਰਕਿਰਿਆ ਵਿੱਚੋਂ ਕਸ਼ੀਦ ਹੋ ਕੇ ਰੂਪਮਾਨ ਹੋਣ ਵਾਲੀ ਮਹਾਨ ਕਲਾ ਸੀ। ਇਹ ਵਾਲੀ ਜਿਹੜੀ ਚੀਜ਼ ਹੈਗੀ ਆ ਇਹ ਤੁਸੀਂ ਰਹਿਣ ਦਿਓ ਕਿਉਂਕਿ ਜ਼ਿਆਦਾ ਇਸ ਦੇ ਵਿੱਚ ਉਹ ਚੀਜ਼ਾਂ ਜੋ ਅਸੀਂ ਪਿੱਛੇ ਪੜ੍ਹੇ ਹੋਏ ਨੇ ਸਾਰੇ ਇਹਦੇ ਵਿੱਚ ਹੀ ਟੋਟਲ ਦੱਸੇ ਹੋਏ ਨੇ। ਜਿਵੇਂ ਇੱਥੇ ਦੱਸਿਆ ਹੋਇਆ ਵਾ ਕਿ ਜਿਨ੍ਹਾਂ ਦੀ ਬਾਣੀ ਇਸ ਦੇ ਵਿੱਚ ਸ਼ਾਮਲ ਹੈਗੀ ਆ, ਠੀਕ ਹੈ, ਉਹ ਦੱਸਿਆ ਹੋਇਆ ਵਾ ਕਿਉਂਕਿ ਮੈਂ ਸਿਰਫ ਉਹ ਚੀਜ਼ ਕਰਵਾਉਣੀ ਹੈ ਜਿਹੜੀ ਇੰਪੋਰਟੈਂਟ ਹੋਏਗੀ। ਸੋ ਇਹ ਵਾਲੀ ਚੀਜ਼ ਮੈਂ ਇਸ ਹਿਸਾਬ ਦੇ ਨਾਲ ਰਹਿਣ ਦੇਣੀ ਹੈ। ਓਕੇ, ਬਾਕੀ ਜਿਹੜਾ ਹੈਗਾ ਵਾ ਇਸ ਤੋਂ ਨੈਕਸਟ ਹੁਣ ਦੇਖੋ ਇਹਦੇ ਵਿੱਚ ਇਹ ਵੀ ਹੈਗੀ ਆ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਾ ਬੀੜ ਜਿਹੜੀ ਕੀ ਆ ਹੁਣ ਉਹ ਤਿਆਰ ਕਰਵਾਈ ਸੀ ਤੇ ਇਸ ਨੂੰ ਗੁਰਿਆਈ ਸੌਂਪੀ ਸੀ ਬਾਅਦ ਦੇ ਵਿੱਚ। ਤੇ ਦਸਮ ਗ੍ਰੰਥ ਦੀ ਬੀੜ ਦੇ ਕੁੱਲ 1428 ਪੰਨੇ ਸੀ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਪੰਨਿਆਂ ਨਾਲੋਂ ਕੇਵਲ 2 ਪੰਨੇ ਹੀ ਘੱਟ ਹੈਗੇ ਨੇ। ਪਰੰਤੂ ਇੰਨੀ ਮਹਾਨ ਤੇ ਵਿਸ਼ਾਲ ਬਾਣੀ ਦੇ ਰਚਾਇਤਾ ਹੋਣ ਦੇ ਬਾਵਜੂਦ ਆਪਨੇ ਆਪਣੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਜਿਹੜਾ ਸੀ ਉਹ ਨਹੀਂ ਕਰਵਾਇਆ ਸੀ। ਸੋ ਇਹ ਵੀ ਆਇੰਦਾ ਹੈਗਾ ਵਾ। ਇਸ ਤੋਂ ਇਲਾਵਾ 6 ਸਿੱਖ ਸਤਿਗੁਰਾਂ ਤੋਂ ਬਿਨਾਂ ਹਿੰਦੂ, ਮੁਸਲਮਾਨ, ਭੱਟ, ਮਰਾਸੀ ਉਹੀ ਨਾ ਸਾਰੇ ਵਰਗਾਂ ਨੂੰ ਸਾਰੇ ਧਰਮਾਂ ਨੂੰ ਇਸ ਦੇ ਵਿੱਚ ਕੀ ਗਈ ਸੀ ਜਗ੍ਹਾ ਦਿੱਤੀ ਗਈ ਸੀ। ਹੁਣ ਇਹ ਇੱਥੇ ਦੱਸਿਆ ਗਿਆ ਹੈਗਾ ਵਾ ਕਿਹੜੇ ਕਿੱਥੋਂ ਜਿਹੜੇ ਹੈਗੇ ਸੀ ਕਿਹੜੀ ਕਾਸਟ ਦੇ ਹੈਗੇ ਸੀ, ਛੋਟੇ ਸੀ। ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦੀ ਇੱਕ ਭਾਸ਼ਾ ਜਿਹੜੀ ਹੈਗੀ ਆ ਕਿਹੜੀਆਂ ਆਉਂਦੀਆਂ ਅਪਭ੍ਰੰਸ਼, ਮਰਾਠੀ, ਮੈਥਲੀ, ਸਦੁਕੜੀ, ਫਾਰਸੀ, ਰੇਖਤਾ, ਬਾਂਗਰੂ, ਬਾਗੜੀ, ਸੰਸਕ੍ਰਿਤੀ ਇਹ ਭਾਸ਼ਾਵਾਂ ਦਾ ਸਮਾਵੇਸ਼ ਇੱਥੇ ਦੇਖਿਆ ਜਾ ਸਕਦਾ ਹੈਗਾ ਵਾ। ਕੋਈ ਕਿਤੋਂ ਸੀ ਕੋਈ ਕਿਤੋਂ ਸੀ। ਹੁਣ ਦੇਖੋ ਗੌੜੀ ਰਾਗ ਇਸੇ ਖੇਤਰ ਦੇ ਵਿੱਚ ਵਿਕਸਿਤ ਹੋਇਆ ਸੀ। ਬੰਗਾਲ, ਉੜੀਸਾ, ਗੌੜ ਪ੍ਰਦੇਸ਼ ਦੇ ਨਾਮ ਦੇ ਨਾਲ ਇਹ ਜਾਣੇ ਜਾਂਦੇ ਸੀ ਜਿੱਥੋਂ ਕੀ ਗਿਆ ਸੀ ਗੌੜੀ ਰਾਗ ਨਿਕਲਿਆ ਸੀ। ਇਸ ਤੋਂ ਇਲਾਵਾ ਫਿਰ ਗੁਜਰੀ ਦੇ ਨਾਮ ਨਾਲ ਜਾਣੇ ਜਾਂਦੇ ਸੀ। ਗੌੜੀ ਰਾਗ ਵੀ ਇਸੇ ਖੇਤਰ ਵਿੱਚ ਵਿਕਸਿਤ ਹੋਇਆ ਸੀ। ਹਾਂ, ਸੋ ਗੁਜਰੀ ਜਿਹੜਾ ਸੀ ਉਹ ਗੁੱਜਰ ਪ੍ਰਦੇਸ਼ ਗੁਜਰਾਤ ਦੇ ਨਾਲ ਸੰਬੰਧਿਤ ਸੀ। ਸੋਰਠ ਰਾਗ ਸੌਰਾਸ਼ਟਰ ਦੇ ਵਿੱਚ ਵਿਕਸਿਤ ਹੋਇਆ। ਤਿਲੰਗ ਤੇਲੰਗਾਨਾ, ਆਂਧਰਾ ਪ੍ਰਦੇਸ਼ ਵਿੱਚ, ਮਾਰੂ ਤੇਰਾ ਹੈਗਾ ਮਰੂ ਪ੍ਰਦੇਸ਼, ਰਾਜਸਥਾਨ ਵਿੱਚ ਤੁਖਾਰੀ, ਤੁਖਾਰ ਜਾਂ ਅਫਗਾਨਿਸਤਾਨ ਵਿੱਚ ਕਾਨੜਾ, ਕੰਨੜ ਪ੍ਰਦੇਸ਼ ਦੇ ਵਿੱਚ ਰਾਗ ਗੰਧਾਰੀ ਗੰਧਾਰੀਆ ਕੰਧਾਰ ਦੇ ਵਿੱਚ ਵਿਕਸਿਤ ਹੋਇਆ ਸੀ। ਠੀਕ ਹੈ,
ਸੋ ਇੰਨਾ ਹੀ ਹੈਗਾ ਹੈ ਇਹ ਵਾਲਾ ਕਰਾਂਗੇ। ਬਾਕੀ ਜਿਹੜਾ ਇਸ ਦੇ ਵਿੱਚ ਹੋਏਗਾ ਉਹ ਨੈਕਸਟ ਦੇ ਵਿੱਚ ਕਰਾਂਗੇ, ਠੀਕ ਹੈ। ਉਸ ਦੇ ਵਿੱਚ ਟੋਟਲ ਸਾਰਿਆਂ ਦੇ ਸ਼ਾਰਟ ਦੇ ਵਿੱਚ ਮੈਂ ਦੱਸਾਂਗੀ ਸਾਰਿਆਂ ਦੀ ਬਾਣੀ। ਬਾਕੀ ਇਹ ਵਾਲਾ ਟੌਪਿਕ ਉਸ ਤੋਂ ਬਾਅਦ ਸਾਡਾ ਸਮਾਪਤ ਹੋ ਜਾਏਗਾ, ਫਿਰ ਅੱਗੋਂ ਅਸੀਂ ਵੇਖਾਂਗੇ ਕਿਹੜਾ ਟੌਪਿਕ ਚੂਜ਼ ਕਰਦੇ ਆ। ਬਾਕੀ ਤੁਸੀਂ ਜਾ ਕੇ ਵੀਡੀਓਜ਼ ਦੇਖਦੇ ਰਹੋ ਅਨਅਕੈਡਮੀ ਤੇ ਦੂਸਰੀ ਜਗ੍ਹਾ ਤੇ ਵੀ, ਐਂਡ ਫੋਲੋ ਜ਼ਰੂਰ ਕਰੋ ਮੈਨੂੰ। ਤੇ 1 ਸਤੰਬਰ ਤੋਂ ਅਸੀਂ ਉੱਥੇ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ, ਸੋ ਜ਼ਿਆਦਾ ਤੋਂ ਜ਼ਿਆਦਾ ਉੱਥੇ ਜਾ ਕੇ ਵੀਡੀਓਜ਼ ਜ਼ਰੂਰ ਦੇਖੋ। ਥੈਂਕ ਯੂ।